ਮੋਂਗਾ ਸਰ ਦੀ ਮੈਥ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਕਰੀਨ ਤੇ ਤੁਸੀਂ ਵੇਖ ਰਹੇ ਹੋ ਜਮਾਤ 10ਵੀਂ ਵਰਕਸ਼ੀਟ ਨੰਬਰ 3 ਅਧਿਆਏ ਦੋ ਚੱਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲਸ। ਆਪਾਂ ਹੁਣ ਇਸ ਵਰਕਸ਼ੀਟ ਦੇ ਪ੍ਰਸ਼ਨਾਂ ਦੇ ਹੱਲ ਤੇ ਚਰਚਾ ਕਰਾਂਗੇ। ਕੁਐਸਚਨ ਨੰਬਰ 1, ਹੇਠਾਂ ਦਿੱਤੇ ਸਮੀਕਰਨਾਂ ਵਿੱਚੋਂ ਕਿਹੜੀਆਂ ਦੋ ਚੱਲਾਂ ਵਾਲੀਆਂ ਰੇਖੀ ਸਮੀਕਰਨਾਂ ਹਨ? ਡਿਟਰਮਾਈਨ ਵਿਚ ਆਫ ਦਾ ਫੋਲੋਇੰਗ ਇਕੁਏਸ਼ਨਸ ਆਰ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲਸ। ਪਰ ਵਿਦਿਆਰਥੀਓ, ਲੀਨੀਅਰ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਵੇਰੀਏਬਲ ਹੈ, ਜਿਹੜਾ ਚੱਲ ਹੈ, ਉਹਦੀ ਪਾਵਰ ਇੱਕ ਹੋਵੇ ਜੋ ਨਜ਼ਰ ਨਹੀਂ ਆਉਂਦੀ। ਤੇ ਇੱਕ ਚੱਲ ਦਾ ਮਤਲਬ ਹੈ ਇੱਕ ਹੀ ਚੱਲ ਐਕਸ ਵਾਈ ਜ਼ੈਡ ਦੇ ਵਿੱਚੋਂ ਹੋਵੇ। ਤੇ ਜੇ ਦੋ ਚੱਲਾਂ ਦੀ ਗੱਲ ਕਰਦੇ ਆ ਤਾਂ ਦੋ ਐਲਫਾਬੈਟ ਸਾਨੂੰ ਉਹਦੇ 'ਚ ਨਜ਼ਰ ਆਉਣੇ ਚਾਹੀਦੇ ਆ। ਬਾਕੀ ਸਮੀਕਰਨ ਦਾ ਤੁਹਾਨੂੰ ਪਤਾ ਹੈ, ਬਰਾਬਰ ਦਾ ਚਿੰਨ੍ਹ ਹੋਣਾ ਚਾਹੀਦਾ ਹੈ, ਖੱਬਾ ਪਾਸਾ ਸੱਜਾ ਪਾਸਾ ਹੋਣਾ ਚਾਹੀਦਾ, ਤਾਂ ਆਪਾਂ ਪਛਾਣਦੇ ਆ। ਤਾਂ ਪਹਿਲੀ ਵਿੱਚ ਕੀ ਹੈ ਕਿ 3x + 4 = 0, ਭਾਵੇਂ ਚੱਲ ਦੀ ਘਾਤ 1 ਹੈ ਤਾਂ ਇਹ ਰੇਖੀ ਪਰ ਚੱਲ 1 ਹੈ, ਇਸ ਕਰਕੇ ਇਹ ਦੋ ਚੱਲਾਂ ਵਾਲੀ ਰੇਖੀ ਸਮੀਕਰਨ ਨਹੀਂ ਹੈ। ਦੂਸਰੀ ਦੇ ਵਿੱਚ ਚੱਲ ਵੀ ਦੋ ਨਜ਼ਰ ਆ ਰਹੇ ਹੈ ਤੇ ਘਾਤ ਨਜ਼ਰ ਨਹੀਂ ਆ ਰਹੀ ਕਿਸੇ ਦੇ ਉੱਤੇ, ਇਹਦਾ ਮਤਲਬ ਇਹ ਦੋ ਚੱਲਾਂ ਵਾਲੀ ਰੇਖੀ ਸਮੀਕਰਨ ਹੈ। ਤੀਸਰੀ ਦੇ ਉੱਪਰ ਘਾਤ 2 ਨਜ਼ਰ ਆ ਰਹੀ ਹੈ, ਚੱਲ 1 ਨਜ਼ਰ ਆ ਰਿਹਾ ਹੈ, ਇਸ ਕਰਕੇ ਇਹ ਦੋ ਚੱਲਾਂ ਵਾਲੀ ਰੇਖੀ ਸਮੀਕਰਨ ਨਹੀਂ ਹੈ। ਤੇ ਚੌਥੀ ਦੇ ਵਿੱਚ 3x + 4z ਯਾਨੀ ਕਿ ਚੱਲ 2 ਨਜ਼ਰ ਆ ਰਹੇ ਹੈ, ਘਾਤ ਨਜ਼ਰ ਨਹੀਂ ਆ ਰਹੀ, ਇਹ ਦੋ ਚੱਲਾਂ ਵਾਲੀ ਰੇਖੀ ਸਮੀਕਰਨ ਹੈ। ਕੁਐਸਚਨ ਨੰਬਰ 2, ਮਿਲਾਨ ਕਰੋ ਮੈਚ ਦਾ ਕਾਲਮ। ਪਰ ਵਿਦਿਆਰਥੀਓ, ਇਸ ਵੇਲੇ ਜਿਹੜਾ A1 A2 B1 B2 C1 C2 ਤੁਹਾਨੂੰ ਨਜ਼ਰ ਆ ਰਿਹਾ ਹੈ। ਜਿਹੜੇ A1/A2 ਹੈ, A1 ਕੀ ਹੈ? ਜੇ ਦੋ ਚੱਲਾਂ ਵਾਲੀ ਰੇਖੀ ਸਮੀਕਰਨ ਦਾ ਜੋੜਾ ਹੋਵੇ ਤਾਂ ਜਿਹੜੀ ਪਹਿਲੀ ਸਮੀਕਰਨ ਦੇ ਵਿੱਚ x ਦਾ ਗੁਣਾਂਕ ਹੈ ਉਹਨੂੰ ਅਸੀਂ A1 ਕਹਿੰਦੇ ਆ, ਦੂਜੀ ਸਮੀਕਰਨ ਦੇ x ਦੇ ਗੁਣਾਂਕ ਨੂੰ A2 ਕਹਿੰਦੇ ਆ। ਇਸੇ ਤਰ੍ਹਾਂ y ਦੇ ਪਹਿਲੀ ਸਮੀਕਰਨ ਦੇ y ਦੇ ਗੁਣਾਂਕ ਨੂੰ B1, ਦੂਜੀ ਸਮੀਕਰਨ ਦੇ y ਦੇ ਗੁਣਾਂਕ ਨੂੰ B2। ਅਚਲ ਰਾਸ਼ੀ ਪਹਿਲੀ ਸਮੀਕਰਨ ਦੀ ਉਸ ਨੂੰ C1 ਤੇ ਦੂਜੀ ਸਮੀਕਰਨ ਦੀ ਅਚਲ ਰਾਸ਼ੀ ਨੂੰ C2 ਕਿਹਾ ਜਾਂਦਾ ਹੈ। ਤਾਂ ਇਹਨਾਂ ਗੁਣਾਂਕਾਂ ਦੇ ਨਾਲ ਕੁਝ ਰਿਲੇਸ਼ਨਸ ਬਣਦੇ ਆ, ਸੰਬੰਧ ਬਣਦੇ ਆ, ਉਹਨਾਂ ਦਾ ਮਿਲਾਨ ਆਪਾਂ ਜਿਹੜੀ ਸਾਹਮਣੇ ਲਿਖੀ ਹੋਈ ਹੈ ਸਥਿਤੀ ਉਹਦੇ ਨਾਲ ਕਰਨਾ ਹੈ। ਤਾਂ ਪਿਆਰੇ ਵਿਦਿਆਰਥੀਓ, ਜਦੋਂ A1/A2 ਬਰਾਬਰ ਨਾ ਹੋਵੇ B1/B2 ਤਾਂ ਉਦੋਂ ਇੱਕ ਹੱਲ ਦੀ ਸਥਿਤੀ ਹੁੰਦੀ ਹੈ, ਯਾਨੀ ਕਿ ਉਸ ਨੂੰ ਵਿਲੱਖਣ ਹੱਲ ਦੀ ਸਥਿਤੀ ਕਹਿੰਦੇ ਆ। ਤਾਂ ਇਸ ਦਾ ਮਿਲਾਨ ਹੈ ਜਿਹੜਾ ਉਹ ਹੋਏਗਾ ਕਾਲਮ 2 ਦੇ ਵਿੱਚ ਦੂਸਰੇ ਸਥਿਤੀ ਦੇ ਨਾਲ। ਦੂਸਰੀ ਜਿਹੜੀ ਸਾਡੇ ਕੋਲੇ ਗੁਣਾਂਕਾਂ ਦਾ ਸੰਬੰਧ ਹੈ ਉਹ ਹੈ A1/A2 ਬਰਾਬਰ ਹੈ B1/B2 ਪਰ ਬਰਾਬਰ ਨਹੀਂ ਹੈ C1/C2। ਤਾਂ ਇਸ ਦਾ ਸੰਬੰਧ ਹੈ ਵੀ ਕੋਈ ਵੀ ਹੱਲ ਨਹੀਂ ਹੋਏਗਾ ਸਮੀਕਰਨਾਂ ਦਾ। ਤਾਂ ਇਸ ਤਰੀਕੇ ਨਾਲ ਇਹਦੇ ਨਾਲ ਇਹਦਾ ਮਿਲਾਨ ਕੀਤਾ ਗਿਆ ਹੈ। ਜਦੋਂ ਸਾਡੇ ਕੋਲੇ ਸਾਰੇ A1/A2 ਉਹ ਬਰਾਬਰ ਹੋ ਜੇ B1/B2 ਬਰਾਬਰ ਹੋ ਜੇ C1/C2 ਤਾਂ ਉਦੋਂ ਸਮੀਕਰਨਾਂ ਦੇ ਜੋੜੇ ਦੇ ਅਨੇਕ ਹੱਲ ਹੁੰਦੇ ਹਨ। ਤਾਂ ਇਸ ਦਾ ਮਿਲਾਨ ਜਿਹੜਾ ਹੈ ਤੀਸਰੇ ਦਾ ਅਨੇਕ ਹੱਲ ਵਾਲੀ ਯਾਨੀ ਕਿ ਇਨਫਿਨਿਟਲੀ ਮੈਨੀ ਸੋਲਿਊਸ਼ਨਸ ਦੇ ਨਾਲ ਹੋਏਗਾ। ਕੁਐਸਚਨ ਨੰਬਰ 3, ਇੱਥੇ ਸਾਡੇ ਕੋਲੇ ਇਸ ਕੁਐਸਚਨ ਦੇ 3 ਭਾਗ ਨੇ ਜਿਹਦੇ ਵਿੱਚ ਖਾਲੀ ਸਥਾਨ ਨੇ, ਬਲੈਂਕਸ ਨੇ। ਅਸੀਂ ਉਹ ਬਲੈਂਕ ਸਪੇਸ ਹੈ ਜਿਹੜੀ ਉਹਨੂੰ ਫਿਲ ਕਰਨਾ ਹੈ। ਤਾਂ ਪਿਆਰੇ ਵਿਦਿਆਰਥੀਓ, ਜਦੋਂ ਦੋ ਚੱਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜਿਆਂ ਨੂੰ ਹੱਲ ਕੀਤਾ ਜਾਂਦਾ ਹੈ, ਹੱਲ ਕਰਨ ਦੀਆਂ ਕਈ ਵਿਧੀਆਂ ਨੇ, ਉਹਨਾਂ ਵਿੱਚੋਂ ਇੱਕ ਵਿਧੀ ਹੈ ਆਲੇਖੀ ਵਿਧੀ, ਜਿਹਨੂੰ ਅਸੀਂ ਕਹਿੰਦੇ ਆ ਗ੍ਰਾਫ ਵਾਲੀ ਵਿਧੀ। ਤਾਂ ਜਦੋਂ ਅਸੀਂ ਗ੍ਰਾਫ ਬਣਾਉਣੇ ਆ ਤਾਂ ਦੋਵੇਂ ਸਮੀਕਰਨਾਂ ਦੀ ਇੱਕ ਗ੍ਰਾਫ ਲਾਈਨ ਬਣਦੀ ਹੈ। ਤਾਂ ਜਦੋਂ ਗ੍ਰਾਫ ਲਾਈਨ ਬਣਾਉਣੇ ਆ ਉਹਦੇ ਨਾਲ ਸੰਬੰਧਿਤ ਇਹ ਖਾਲੀ ਸਥਾਨ ਜਿਹੜੇ ਹੈਗੇ ਨੇ ਉਹ ਆਪਾਂ ਕਿਵੇਂ ਭਰਨੇ ਆ ਉਹ ਤੁਹਾਨੂੰ ਹੁਣ ਆਪਾਂ ਦੱਸਦੇ ਹਾਂ। ਜੇਕਰ ਦੋ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹੋਣ ਤਾਂ ਰੇਖੀ ਸਮੀਕਰਨ ਪ੍ਰਣਾਲੀ ਦਾ ਇੱਥੇ ਇੱਕ ਹੱਲ ਹੁੰਦਾ ਹੈ, ਉਹਨੂੰ ਆਪਾਂ ਵਿਲੱਖਣ ਹੱਲ ਵੀ ਕਹਿ ਸਕਦੇ ਹਾਂ। ਤਾਂ ਇਸ ਥਾਂ ਦੇ ਉੱਤੇ ਇੱਕ ਵਿਲੱਖਣ ਨੂੰ ਯੂਨੀਕ ਕਿਹਾ ਜਾਂਦਾ ਹੈ। ਤਾਂ ਇੱਥੇ ਇਕੁਏਸ਼ਨ ਹੈਜ਼ ਯੂਨੀਕ ਸੋਲਿਊਸ਼ਨ ਜਾਂ ਵਨ ਸੋਲਿਊਸ਼ਨ ਤੁਸੀਂ ਲਿਖ ਸਕਦੇ ਹੋ। ਅਗਲਾ ਜਿਹੜਾ ਇਹਦਾ ਭਾਗ ਹੈ, ਜੇਕਰ ਦੋ ਰੇਖਾਵਾਂ ਸਮਾਨਾਂਤਰ ਹੋਣ ਤਾਂ ਰੇਖੀ ਸਮੀਕਰਨ ਪ੍ਰਣਾਲੀ ਦਾ ਡੈਸ਼ ਹੱਲ ਹੁੰਦਾ ਹੈ। ਸਮਾਨਾਂਤਰ ਹੋਣ, ਉਹ ਰੇਖਾਵਾਂ ਇੱਕ ਦੂਜੇ ਨੂੰ ਟੱਚ ਨਹੀਂ ਕਰਦੀਆਂ, ਦੂਰ ਦੂਰ ਦੀ ਲੰਘਦੀਆਂ, ਤਾਂ ਉਸ ਵੇਲੇ ਉਹਨਾਂ ਦਾ ਕੋਈ ਹੱਲ ਵੀ ਨਹੀਂ ਹੁੰਦਾ। ਯਾਨੀ ਕਿ ਆਪਾਂ ਲਿਖਾਂਗੇ ਪ੍ਰਣਾਲੀ ਦਾ ਕੋਈ ਹੱਲ ਨਹੀਂ ਹੁੰਦਾ।
इसी तरह इफ टू लाइंस आर पैरेलल then pair of linear equation has no solution अंग्रेजी च इत्थे भर देंगे ਆਪਾਂ no। थर्ड पार्ट जेकर दो रेखावां संपाती होण तां रेखी समीकरण प्रणाली दे अनेक यानी कि अनगिनत भी तुसी कह सकते हो अनेक हल हुंदे हन। इफ टू लाइंस आर कोइंसिडेंट then pair of linear equations has infinite solution। ਤਾਂ ਇਸ ਢੰਗ ਨਾਲ ਇਹ ਤੁਹਾਡਾ ਜਿਹੜਾ ਹੈਗਾ ਇਹ ਕੁਐਸਚਨ ਦੇ ਜਿਹੜੇ ਖਾਲੀ ਸਥਾਨ ਹੈ ਉਹ ਭਰੇ ਗਏ ਨੇ। ਕੁਐਸਚਨ ਨੰਬਰ 4 ਦੱਸੋ ਰੇਖੀ ਸਮੀਕਰਨਾਂ ਦਾ ਜੋੜਾ ਸੰਗਤ ਹੈ ਜਾਂ ਅਸੰਗਤ। ਡਿਟਰਮਾਈਨ ਵੈਦਰ ਪੇਅਰ ਆਫ ਲੀਨੀਅਰ ਇਕੁਏਸ਼ਨ ਇਜ਼ consistent or inconsistent। ਪਿਆਰੇ ਵਿਦਿਆਰਥੀਓ ਇੱਥੇ ਸੰਗਤ ਤੋਂ ਭਾਵ ਹੈ ਜੇ ਗ੍ਰਾਫ ਦੀਆਂ ਲਾਈਨਾਂ ਆਪਸ ਵਿੱਚ ਕੱਟਦੀਆਂ ਤਾਂ ਵੀ ਉਹ ਇੱਕ ਦੂਜੇ ਦੇ ਸੰਗਤ ਹਨ, ਜੇ ਉਹ ਸੰਪਾਤੀ ਹਨ ਤਾਂ ਵੀ ਸਮੀਕਰਨਾਂ ਨੂੰ ਅਸੀਂ ਸੰਗਤ ਜੋੜਾ ਕਹਾਂਗੇ, ਪਰ ਜੇ ਉਹ ਗ੍ਰਾਫ ਲਾਈਨਾਂ ਸਮਾਨਾਂਤਰ ਹਨ ਤਾਂ ਉਹ ਅਸੰਗਤ ਵਾਲੀ ਸਥਿਤੀ ਹੋਏਗੀ। ਪਰ ਇੱਥੇ ਆਪਾਂ ਬਿਨਾਂ ਗ੍ਰਾਫ ਬਣਾਏ ਤੋਂ ਸਮੀਕਰਨਾਂ ਦੇ ਜੋੜੇ ਦਿੱਤੇ ਹੋਏ ਆ, ਉਹਨਾਂ ਦੇ ਗੁਣਾਂਕਾਂ ਤੋਂ ਹੀ ਅੰਦਾਜ਼ਾ ਲਾਉਣਾ ਹੈ ਕਿ ਸਥਿਤੀ ਕਿਹੜੀ ਹੈ। ਤਾਂ ਪਿਆਰੇ ਵਿਦਿਆਰਥੀਓ ਇੱਥੇ x ਦੇ ਅੱਗੇ ਗੁਣਾਂਕ ਜੇ ਨਜ਼ਰ ਨਹੀਂ ਆਉਂਦਾ ਤਾਂ 1 ਹੈ, ਤਾਂ ਇਸ ਨੂੰ ਅਸੀਂ a1 ਕਹਾਂਗੇ ਤੇ ਦੂਜੀ ਸਮੀਕਰਨ ਦੇ x ਦੇ ਗੁਣਾਂਕ ਨੂੰ ਅਸੀਂ a2 ਕਹਾਂਗੇ। ਤਾਂ ਸਾਡੇ ਕੋਲੇ a1 ਬਟੇ a2 ਕੀ ਹੈ 1/3। ਇਸੇ ਤਰ੍ਹਾਂ b1 ਬਟੇ b2 ਦੇਖਾਂਗੇ y ਦਾ ਗੁਣਾਂਕ ਪਹਿਲੀ ਸਮੀਕਰਨ 'ਚ 2 ਹੈ ਤੇ y ਦਾ ਗੁਣਾਂਕ ਦੂਜੀ ਸਮੀਕਰਨ 'ਚ ਪਲੱਸ ਵਾਲਾ 6 ਹੈ। ਤਾਂ ਇਹਨੂੰ ਵੀ ਜਦੋਂ ਅਸੀਂ 2/6 ਲਿਖ ਕੇ ਕੈਂਸਲ ਕਰਾਂਗੇ ਤਾਂ ਇਹ ਵੀ ਪਲੱਸ ਦਾ 1/3 ਹੀ ਬਣ ਜਾਏਗਾ। ਇਸੇ ਤਰ੍ਹਾਂ ਅਖੀਰਲੀ ਜਿਹੜੀ ਅਚਲ ਰਾਸ਼ੀ ਹੈ ਭਾਵੇਂ ਉਹਨੂੰ ਖੱਬੇ ਪਾਸੇ ਲਿਆਓ ਦੋਨਾਂ ਨੂੰ ਤਾਂ ਵੀ -4/12 ਕੱਟ ਕੇ ਪਲੱਸ ਵਾਲੇ 1/3 ਹੀ ਬਣਨੇ ਆ, ਤੇ ਭਾਵੇਂ ਜਿੱਧਰ ਪਈਆਂ 4/12 ਕਰੋਗੇ ਤਾਂ ਜਾਨੀ ਕਿ C1 ਬਟੇ C2 ਵੀ ਜਿਹੜੀ ਕੈਂਸਲ ਹੋਣ ਤੋਂ ਬਾਅਦ 1/3 ਬਣਨਗੇ। ਤਾਂ ਇੱਥੇ ਸਥਿਤੀ ਕਿਹੜੀ ਹੋਈ A1 ਬਟੇ A2 ਬਰਾਬਰ ਹੈ B1 ਬਟੇ B2 ਬਰਾਬਰ ਹੈ C1 ਬਟੇ C2। ਤਾਂ ਸੰਪਾਤੀ ਹੋ ਗਈਆਂ ਰੇਖਾਵਾਂ, ਇਹਦਾ ਮਤਲਬ ਟੱਚ ਕਰਦੀਆਂ ਹੀ ਕਰਦੀਆਂ, ਤਾਂ ਇਹ ਕਿਹੜੀ ਸਥਿਤੀ ਹੋ ਗਈ ਸੰਗਤ ਵਾਲੀ ਸਥਿਤੀ ਹੋ ਗਈ। ਇਸੇ ਤਰ੍ਹਾਂ ਦੂਸਰੀ ਸਮੀਕਰਨ x ਦਾ ਗੁਣਾਂਕ ਪਹਿਲਾਂ 2 ਹੈ ਤਾਂ ਆਪਾਂ A1 ਦਾ ਪਹਿਲਾਂ ਇੱਥੇ ਲਿਖ ਲਈਏ 2 ਬਟੇ ਦੂਸਰੀ ਸਮੀਕਰਨ 'ਚ x ਦਾ ਗੁਣਾਂਕ ਕੀ ਹੈ -4, ਤਾਂ ਆਪਾਂ 2 ਦੇ ਬਟੇ -4 ਲਿਖ ਕੇ ਇਹਨੂੰ ਕੈਂਸਲ ਕਰਾਂਗੇ ਤਾਂ ਇਹ ਹੋ ਗਿਆ ਮਾਈਨਸ ਦਾ 1/2। ਇਸੇ ਤਰ੍ਹਾਂ ਅਸੀਂ ਦੂਜੀ ਸਥਿਤੀ ਵੇਖਦੇ ਹਾਂ y ਦਾ ਗੁਣਾਂਕ ਹੈ -7, ਤਾਂ ਇਹ b1 ਦਾ ਮੁੱਲ ਹੈ, ਥੱਲੇ ਆਪਾਂ ਇਹਦੇ b2 ਲਿਖਾਂਗੇ ਤਾਂ -7 ਬਟੇ y ਦਾ ਦੂਸਰੀ ਸਮੀਕਰਨ ਦੇ ਵਿੱਚ ਗੁਣਾਂਕ ਕਿੰਨਾ ਹੈ 14। ਇਹਨੂੰ ਵੀ ਕੈਂਸਲ ਕਰਾਂਗੇ ਇਹ ਵੀ ਮਾਈਨਸ ਦਾ 1/2 ਹੀ ਬਣੇਗਾ। ਤੀਸਰਾ ਜਿਹੜਾ ਭਾਗ ਹੈ ਉਹ ਹੈ ਸੱਜੇ ਪਾਸੇ ਹੈ 1 ਤੇ ਦੂਸਰਾ ਵੀ ਸੱਜੇ ਪਾਸੇ ਹੈ ਉਹ ਕੀ ਹੈ 2। ਤਾਂ ਪਿਆਰੇ ਵਿਦਿਆਰਥੀਓ ਇਸ ਵੇਲੇ ਕੀ ਹੈ 1/2 ਹੈ ਤੇ ਇਹਦੇ ਵਿੱਚ ਕੀ ਹੈ b1 ਬਟੇ b2 -1/2 ਹੈ। ਅਸੀਂ a1 ਬਟੇ a2 ਚੈੱਕ ਕੀਤਾ ਸੀ ਉਹ ਵੀ -1/2, ਯਾਨੀ ਕਿ ਇੱਥੇ a1 ਬਟੇ a2 ਤਾਂ ਬਰਾਬਰ ਹੈ b1 ਬਟੇ b2 ਦੇ, ਬਰਾਬਰ ਨਹੀਂ ਹੈ c1 ਬਟੇ c2। ਤਾਂ ਉਹ ਸਥਿਤੀ ਕਿਹੜੀ ਹੁੰਦੀ ਹੈ ਜਦੋਂ ਕੋਈ ਹੱਲ ਨਹੀਂ ਹੁੰਦਾ ਤਾਂ ਰੇਖਾਵਾਂ ਸਮਾਂਤਰ ਹੁੰਦੀਆਂ, ਤਾਂ ਇਹ ਜਿਹੀ ਸਥਿਤੀ ਨੂੰ ਅਸੀਂ ਕਹਿੰਦੇ ਆ ਅਸੰਗਤ। ਤਾਂ ਇਹ ਦਾ ਜਿਹੜਾ ਹੈਗਾ ਇਸ ਵੇਲੇ ਸੰਗਤ ਜਾਂ ਅਸੰਗਤ ਵਾਲੀ ਗੱਲ ਦੇ ਵਿੱਚ ਪਹਿਲੀ ਸਮੀਕਰਨ ਦਾ ਸੰਬੰਧ ਸੰਗਤ ਨਾਲ ਹੈ, ਦੂਸਰੀ ਸਮੀਕਰਨ ਦਾ ਸੰਬੰਧ ਅਸੰਗਤ ਨਾਲ ਹੈ। ਹਾਂ ਇੱਥੇ ਇਸ ਪ੍ਰਸ਼ਨ ਨੂੰ ਅਗਰ ਵਰਕਸ਼ੀਟ ਤੇ ਹੱਲ ਕਰਨਾ ਹੈ ਤਾਂ ਜਿਹੜੀ ਆਹ ਸਪੇਸ ਹੈ ਇੱਥੇ ਤੁਸੀਂ ਰਫ ਕੰਮ ਕਰ ਸਕਦੇ ਹੋ ਤੇ ਖਾਲੀ ਸਥਾਨ ਦੇ ਵਿੱਚ ਇੱਥੇ ਪਹਿਲੀ ਦੇ ਵਿੱਚ ਸੰਗਤ ਆਏਗਾ, ਦੂਸਰੀ ਵਿੱਚ ਅਸੰਗਤ ਆਏਗਾ। ਕੁਐਸਚਨ ਨੰਬਰ 5 ਰੇਖੀ ਸਮੀਕਰਨਾਂ ਦਾ ਜੋੜਾ x = 2 y = 6 ਆਲੇਖੀ ਰੂਪ ਵਿੱਚ ਡੈਸ਼ ਰੇਖਾਵਾਂ ਨੂੰ ਦਰਸਾਉਂਦਾ ਹੈ। ਤਾਂ ਪਿਆਰੇ ਵਿਦਿਆਰਥੀਓ ਜਦੋਂ ਦੋ ਸਮੀਕਰਨਾਂ ਨੂੰ ਤੁਸੀਂ ਹੱਲ ਕਰਦੇ ਹੋ ਦੋਹੇ ਸਮੀਕਰਨਾਂ ਵਿੱਚ x ਦਾ ਮੁੱਲ 2 ਆ ਜੇ ਤੇ y ਦਾ ਮੁੱਲ 6 ਹੋ ਜੇ, ਯਾਨੀ ਕਿ 2,6 ਦੋਨੇ ਹੀ ਸਮੀਕਰਨਾਂ ਨੂੰ ਸੰਤੁਸ਼ਟ ਕਰਦੀਆਂ ਹੋਣ ਤੇ ਅਸੀਂ ਉਹਦਾ ਗ੍ਰਾਫ ਬਣਾਈਏ ਤਾਂ ਦੋਨਾਂ ਸਮੀਕਰਨਾਂ ਵੇਲੇ ਸਾਨੂੰ x ਵਾਲੇ ਪਾਸੇ ਤੇ 2 ਸਟੈਪ ਤੇ ਉੱਪਰ ਨੂੰ y ਵਾਲੇ ਪਾਸੇ ਤੇ 6 ਸਟੈਪ ਚੱਲਣੇ ਪੈਣਗੇ। ਇੱਥੇ ਇੱਕ ਬਿੰਦੂ ਆ ਜਾਊਗਾ,
उस बिंदु चों ही दोने रेखावां लंघणगीਆਂ, यानी कि चौथी ऑप्शन इत्थे सही ऑप्शन होएगी। बिंदु 2,6 ते कटदियां हन, तो तुसीं इत्थे ओही लिखना है 2,6 ते, यानी कि चौथी ऑप्शन जिहड़ी है साडी सही है, 6 ते कटदियां हन। ਇਹ ਕੱਟਦੀਆਂ ਹੋਈ ਸਥਿਤੀ ਨੂੰ ਦਰਸਾਉਂਦਾ ਹੈ। ਤਾਂ ਇਸ ਢੰਗ ਨਾਲ ਤੁਸੀਂ ਇਸ ਪ੍ਰਸ਼ਨ ਨੂੰ ਹੱਲ ਕਰ ਸਕਦੇ ਹੋ। ਇੰਗਲਿਸ਼ ਵਾਲੇ ਭਾਗ ਦੇ ਵਿੱਚ ਵੀ ਤੁਸੀਂ ਇੱਥੇ a pair of equations x equals to 2 y is equal to 6 graphically represents, ਇੱਥੇ ਲਿਖਣਾ ਚਾਹੀਦਾ ਹੈ ਲਾਈਨਸ। ਫਿਰ ਸਾਡੀ ਚੌਥੀ ਆਪਸ਼ਨ ਜਿਹੜੀ ਹੈਗੀ ਹੈ intersects at 2,6। क्वेश्चन नंबर 6, 3x + 7y = 4 ਦੇ ਸਮਾਂਤਰ ਕੋਈ ਹੋਰ ਰੇਖੀ ਸਮੀਕਰਨ ਲਿਖੋ। Write any one linear equation of the line which is parallel to 3x + 7y = 4। ਪਰ ਵਿਦਿਆਰਥੀਓ ਰਕਮ ਥੋੜੀ ਜਿਹੀ ਗੜਬੜ ਹੈ, ਪਰ ਗੱਲ ਇਹਦੇ ਵਿੱਚ ਤੁਸੀਂ ਸਮਝੋ ਵੀ ਅਸੀਂ ਇਹ ਇੱਕ ਦਿੱਤੀ ਹੋਈ ਦੋ ਚੱਲਾਂ ਵਾਲੀ ਰੇਖੀ ਸਮੀਕਰਨ ਹੈ, ਅਸੀਂ ਇੱਕ ਹੋਰ ਰੇਖੀ ਸਮੀਕਰਨ ਲਿਖਣੀ ਹੈ, ਤਾਂ ਇਹਨਾਂ ਦੋਹਾਂ ਦਾ ਇੱਕ ਜੋੜਾ ਅਜਿਹਾ ਬਣਨਾ ਚਾਹੀਦਾ ਹੈ ਅਗਰ ਉਹਨਾਂ ਦੋਹਾਂ ਤੋਂ ਗ੍ਰਾਫ ਬਣਾਈਏ ਤਾਂ ਉਹਨਾਂ ਦੀਆਂ ਲਾਈਨਾਂ ਸਮਾਨਾਂਤਰ ਰਹਿਣੀਆਂ ਚਾਹੀਦੀਆਂ। ਗੱਲ ਇਹ ਹੈ। ਤਾਂ ਹੁਣ ਇੱਕ ਰੇਖੀ ਦੋ ਚੱਲਾਂ ਵਾਲੀ ਰੇਖੀ ਸਮੀਕਰਨ ਹੈਗੀ ਹੈ, ਸਮਾਨਾਂਤਰ ਰੇਖਾ ਵਾਲੀ ਦੂਜੀ ਦੋ ਚੱਲਾਂ ਵਾਲੀ ਰੇਖੀ ਸਮੀਕਰਨ ਬਣਾਉਣ ਲਈ ਅਸੀਂ ਗੁਣਾਂਕਾਂ ਨੂੰ ਧਿਆਨ 'ਚ ਰੱਖਾਂਗੇ। ਤਾਂ ਗੁਣਾਂਕਾਂ ਦੀ ਸਥਿਤੀ ਕੀ ਹੁੰਦੀ ਹੈ, a1/a2 ਤਾਂ ਬਰਾਬਰ ਹੁੰਦਾ b1/b2 ਦੇ, ਪਰ ਉਹ ਬਰਾਬਰ ਨਹੀਂ ਹੁੰਦਾ c1/c2 ਦੇ। ਤੇ ਆਪਾਂ ਇਸ ਸਮੀਕਰਨ ਤੋਂ ਹੀ ਅੰਦਾਜ਼ਾ ਲਾ ਕੇ ਦੂਜੀ ਸਮੀਕਰਨ ਬਣਾਉਣੇ ਆ। ਮੰਨ ਲਓ ਪਹਿਲੀ ਸਮੀਕਰਨ 3x ਹੈ, ਅਸੀਂ ਦੂਸਰੀ ਨੂੰ ਲਿਖ ਲੈਂਦੇ ਆ 6x, ਕਿਉਂਕਿ ਜੇ ਅਸੀਂ 3/6 ਕਰਾਂਗੇ ਤਾਂ ਉਹ 1/2 ਬਣ ਜਾਊਗਾ। ਇਸੇ ਤਰ੍ਹਾਂ ਪਹਿਲੀ ਸਮੀਕਰਨ ਦੇ ਵਿੱਚ 7y ਹੈ, ਦੂਜੀ ਸਮੀਕਰਨ 'ਚ ਅਸੀਂ 14y ਲਿਖ ਲੈਂਦੇ ਹਾਂ। ਜਦੋਂ ਅਸੀਂ ਗੁਣਾਂਕ 7/14 ਕਰਾਂਗੇ ਉਹ ਵੀ ਕੱਟ ਕੇ 1/2 ਹੋ ਜੂ, ਜਾਣੀ ਕਿ ਸਥਿਤੀ ਕਿਹੜੀ ਬਣ ਜੂ a1/a2 = b1/b2। ਹੁਣ ਰਹਿ ਗਈ ਗੱਲ ਤੀਸਰੀ ਜਿਹੜੀ ਸਥਿਤੀ ਆ ਅਚਲ ਦੀ, ਉੱਥੇ ਪਹਿਲੀ ਦੇ ਵਿੱਚ 4 ਹੈ, ਦੂਜੀ ਦੇ ਵਿੱਚ ਆਪਾਂ 6 ਲਿਖ ਲੈਂਦੇ ਆ। ਤਾਂ ਹੁਣ ਕੀ ਹੋਊ, ਜੇ ਅਸੀਂ 4/6 ਲਿਖਾਂਗੇ ਤਾਂ ਉਹ ਕੱਟ ਕੇ 1/2 ਨਹੀਂ ਆਉਣਾ, ਉਹ ਕੱਟ ਕੇ 1/3 ਹੋ ਜੂ। ਸਥਿਤੀ ਕਿਹੜੀ ਹੋ ਗਈ, a1/a2 = b1/b2 ਬਰਾਬਰ ਨਹੀਂ ਹੈ c1/c2। ਤਾਂ ਇਹ ਸਮੀਕਰਨ ਆਪਾਂ ਅਜਿਹੀ ਲਿਖਤੀ ਜਿਹੜੀ ਪਹਿਲੀ ਸਮੀਕਰਨ ਦੇ ਨਾਲ ਅਗਰ ਮਿਲਾ ਕੇ ਜੋੜਾ ਬਣਾ ਕੇ ਗ੍ਰਾਫ ਬਣਾਵਾਂਗੇ ਤਾਂ ਜਿਹੜੀਆਂ ਰੇਖਾਵਾਂ ਬਣਨਗੀਆਂ ਉਹ ਆਪਸ ਵਿੱਚ ਸਮਾਂਤਰ ਹੋਣਗੀਆਂ। ਕੁਐਸਚਨ ਨੰਬਰ 7 ਹੱਲ ਕੀਤਾ ਹੋਇਆ, ਆਪਾਂ ਐਕਸਪਲੇਨ ਕਰਦੇ ਹਾਂ ਇਸ ਨੂੰ। ਪਿਆਰੇ ਵਿਦਿਆਰਥੀਓ ਕੁਐਸਚਨ ਸਾਡੇ ਕੋਲ ਕੀ ਹੈ, a ਦਾ ਮੁੱਲ ਪਤਾ ਕਰੋ ਜੇਕਰ ਸਮੀਕਰਨ ਪ੍ਰਣਾਲੀ ਦੁਆਰਾ ਦਰਸਾਈਆਂ ਰੇਖਾਵਾਂ 3x + 2y - 4 = 0 ਅਤੇ 9x - ay - 3 = 0 ਆਪਸ ਵਿੱਚ ਸਮਾਨਾਂਤਰ ਹੋਣ। ਤਾਂ ਪਿਆਰੇ ਵਿਦਿਆਰਥੀਓ ਜਦੋਂ ਦੋ ਚੱਲਾਂ ਵਾਲੀ ਜਿਹੜੀ ਰੇਖੀ ਸਮੀਕਰਨਾਂ ਦੇ ਜੋੜੇ ਤੋਂ ਬਣੇ ਗ੍ਰਾਫ ਦੀਆਂ ਰੇਖਾਵਾਂ ਸਮਾਨਾਂਤਰ ਹੋਣ ਤਾਂ ਗੁਣਾਂਕਾਂ ਦੀ ਸਥਿਤੀ ਪਹਿਲਾਂ ਲਿਖ ਲਓ। ਕੀ ਹੋਊਗੀ, a1/a2 ਤਾਂ ਬਰਾਬਰ ਹੋਊ b1/b2 ਦੇ, ਪਰ ਬਰਾਬਰ ਨਹੀਂ ਹੋਏਗਾ c1/c2, ਕਿਉਂਕਿ ਇਹ ਅਸੰਗਤ ਵਾਲੀ ਸਥਿਤੀ ਹੈ। ਉਹ ਇੱਕ ਹੀ ਸਥਿਤੀ ਹੁੰਦੀ ਹੈ ਗੁਣਾਂਕਾਂ ਦੀ, ਉਹ ਇਹ ਹੈ। ਹੁਣ ਆਪਾਂ a1/a2 ਸਮੀਕਰਨਾਂ ਦੇ ਜੋੜੇ ਚੋਂ x ਦਾ ਗੁਣਾਂਕ ਹੈ ਜਿਹੜਾ ਪਹਿਲੀ ਸਮੀਕਰਨ 'ਚ ਉਹ a1 ਦਾ ਮੁੱਲ ਹੈ, ਦੂਜੀ ਸਮੀਕਰਨ 'ਚ x ਦਾ ਗੁਣਾਂਕ ਉਹ a2 ਦਾ ਮੁੱਲ ਹੈ। ਅਸੀਂ a1/a2 ਦੀ ਥਾਂ ਤੇ 3/9 ਲਿਖ ਲਿਆ। ਇਸੇ ਤਰ੍ਹਾਂ ਫਿਰ ਬਰਾਬਰ ਦੀ ਨਿਸ਼ਾਨੀ ਹੈ, b1/b2 ਵਾਸਤੇ y ਦਾ ਗੁਣਾਂਕ 2+ ਦਾ ਹੈ ਤੇ ਦੂਜੀ y ਦਾ ਗੁਣਾਂਕ -a, ਇਹ ਬਣ ਗਿਆ ਬਰਾਬਰ ਹੈ 2/-a। ਹੁਣ ਤੁਸੀਂ ਇਸ ਸਮੀਕਰਨ ਨੂੰ ਹੱਲ ਕਰੋਗੇ, -a ਇੱਧਰ ਜਾ ਕੇ 9 ਉੱਧਰ ਉੱਪਰ ਜਾ ਕੇ 3 ਹੇਠਾਂ ਆ ਕੇ ਕੈਂਸਲ ਹੋ ਕੇ 2 × 3 ਇਹ 6 ਬਣ ਜਾਏਗਾ ਤੇ ਇੱਧਰ -a ਹੈ। ਅਗਰ a ਨੂੰ ਪੋਜ਼ਿਟਿਵ ਕਰੋਗੇ ਫਿਰ b ਨੈਗੇਟਿਵ ਹੋ ਜੂ, ਯਾਨੀ ਕਿ a ਬਰਾਬਰ -6 ਹੈ ਜਿਹੜਾ ਉਹ a ਦਾ ਮੁੱਲ ਹੈ ਜੋ ਅਸੀਂ ਪਤਾ ਕਰਨਾ ਸੀ। ਕੁਐਸਚਨ ਨੰਬਰ 8 k ਦਾ ਮੁੱਲ ਪਤਾ ਕਰੋ ਜੇਕਰ ਰੇਖਾਵਾਂ 2x - 3y = 6 ਅਤੇ kx - 9y = 18 ਸਮਾਂਤਰ ਹੋਣ। ਪਿਆਰੇ ਵਿਦਿਆਰਥੀਓ ਬਿਲਕੁਲ ਪਿਛਲੇ ਵਾਲੇ ਜਿਹੜਾ ਪ੍ਰਸ਼ਨ ਆਪਾਂ ਕੀਤਾ ਹੈ ਵਰਕਸ਼ੀਟ ਦਾ 7ਵਾਂ, ਉਹਦੇ ਨਾਲ ਦਾ ਪ੍ਰਸ਼ਨ ਹੈ। ਸਮਾਨਾਂਤਰ ਰੇਖਾਵਾਂ ਦੀ ਸਥਿਤੀ ਅਨੁਸਾਰ ਗੁਣਾਂਕਾਂ ਦਾ ਜਿਹੜਾ ਆਪਸੀ ਸੰਬੰਧ ਕੀ ਹੁੰਦਾ ਹੈ, a1/a2 ਤਾਂ ਬਰਾਬਰ ਹੁੰਦਾ b1/b2 ਦੇ, ਪਰ ਬਰਾਬਰ ਨਹੀਂ ਹੁੰਦਾ c1/c2 ਦੇ। ਤਾਂ ਇਹ ਪਹਿਲੇ ਜਿਹੜੇ ਸਮੀਕਰਨ ਬਣਦੀ ਹੈ a1/a2 ਤੇ b1/b2 ਤੋਂ,
ਇਹਦੇ ਵਿੱਚ ਹੀ k ਆਉਂਦਾ ਹੈ, ਯਾਨੀ ਕਿ a1 ਦਾ ਮੁੱਲ ਜਿਹੜਾ ਹੈਗਾ ਉਹ ਤਾਂ ਹੈਗਾ 2, ਤੇ ਜਿਹੜਾ ਦੂਜੀ ਸਮੀਕਰਨ 'ਚ x ਦਾ ਗੁਣਾਂਕ ਹੈ ਉਹ ਹੈ a2 ਦਾ ਮੁੱਲ ਹੋ ਗਿਆ k। ਇਹ ਬਣ ਗਿਆ a1 ਬਟੇ a2 ਬਰਾਬਰ ਬਣ ਗਿਆ ਕਾਹਦੇ 2 ਬਟੇ k। ਹੁਣ ਆਪਾਂ ਲਿਖਣਾ b1 ਬਟੇ b2। b1 ਪਹਿਲੀ ਸਮੀਕਰਨ ਦੇ ਵਿੱਚੋਂ y ਦਾ ਗੁਣਾਂਕ -3, ਦੂਜੀ ਸਮੀਕਰਨ ਦੇ ਵਿੱਚੋਂ y ਦਾ ਗੁਣਾਂਕ -9। ਤਾਂ ਸਾਡੇ ਕੋਲ a1 ਬਟੇ a2 ਬਰਾਬਰ b1 ਬਟੇ b2 ਵਾਲੀ ਸਮੀਕਰਨ ਦੇ ਵਿੱਚ ਅਸੀਂ a1 a2 b1 b2 ਦਾ ਮੁੱਲ ਭਰਿਆ ਤਾਂ ਸਾਡੇ ਕੋਲੇ k ਦਾ ਮੁੱਲ ਆ ਜਾਏਗਾ। ਤਾਂ ਫਿਰ ਵਿਦਿਆਰਥੀਓ ਇਸ ਨੂੰ ਆਪਾਂ ਹੱਲ ਕਰਦੇ ਹਾਂ। ਹੁਣ ਹੱਲ ਕਿਵੇਂ ਕਰਨਾ ਹੈ? ਸਾਡੇ ਕੋਲੇ ਮਾਈਨਸ ਨਾਲ ਮਾਈਨਸ ਕੈਂਸਲ ਹੋ ਗਿਆ, 3 1 ਦਾ 3, 3 3 ਦਾ 9, ਯਾਨੀ ਕਿ ਉੱਤੇ 1 ਆ ਗਿਆ ਤੇ ਥੱਲੇ ਕਿੰਨਾ ਆ ਗਿਆ 3। ਹੁਣ k ਹੇਠ ਹੈ ਤੇ 2 ਉੱਪਰ, ਅਸੀਂ ਇਹਨੂੰ ਉਲਟਾ ਦਈਏ ਤਾਂ k ਬਟੇ 2 ਬਣ ਜੂ। ਪਰ ਜਦੋਂ ਅਸੀਂ ਸਮੀਕਰਨ ਦਾ ਖੱਬਾ ਪਾਸਾ ਉਲਟਾਉਣੇ ਆ ਤਾਂ ਸੱਜਾ ਪਾਸਾ ਵੀ ਉਲਟੂਗਾ, ਉਹ ਕੀ ਬਣ ਜੂਗਾ 3 ਬਟੇ 1। ਹੁਣ ਜਿਹਦਾ ਮੁੱਲ ਪਤਾ ਕਰਨਾ ਹੋਵੇ ਉਹ ਅੰਸ਼ ਰੂਪ 'ਚ ਹੋਣਾ ਚਾਹੀਦਾ, k ਨੂੰ ਅਸੀਂ ਅੰਸ਼ ਰੂਪ 'ਚ ਬਣਾ ਲਿਆ। ਤਾਂ ਹੁਣ ਕੱਲੇ k ਦਾ ਮੁੱਲ ਕਿੰਨਾ ਹੋ ਜਾਊਗਾ? ਆ ਜਿਹੜਾ ਬਟਿਆਂ ਵਾਲਾ 2 ਹੈ 3 ਨਾਲ ਮਲਟੀਪਲਾਈ ਹੋ ਜਾਊਗਾ। ਇੱਥੇ ਵੀ k ਦਾ ਮੁੱਲ ਕਿੰਨਾ ਆ ਗਿਆ 6, ਯਾਨੀ ਕਿ ਇਸ ਸਮੀਕਰਨ ਦੇ ਵਿੱਚ ਵੀ ਅਸੀਂ k ਦਾ ਮੁੱਲ ਪਤਾ ਕੀਤਾ ਹੈ। ਢੰਗ ਸਾਡਾ ਉਹੀ ਸੀ, ਕਿੰਨਾ ਆਇਆ k ਬਰਾਬਰ 6। ਇਸ ਦੇ ਨਾਲ ਹੀ ਅਧਿਆਏ 2 ਚੱਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਨਾਲ ਸੰਬੰਧਿਤ ਵਰਕਸ਼ੀਟ ਨੰਬਰ 3 ਦਾ ਪਹਿਲਾ ਭਾਗ ਇੱਥੇ ਪੂਰਾ ਹੁੰਦਾ ਹੈ। ਦੂਸਰੇ ਭਾਗ ਦਾ ਇੰਤਜ਼ਾਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।